ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੋ ਕਹੋ ਟਲ ਗੁਰ ਸੇਵੀਐ, ਅਹਨਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਨਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ। ਜੁਗ ਚਾਰੇ ਪਰਮਾਈ, ਹਮ ਦੇਨਾ ਤੁਮ ਜੁਗ ਜੁਗ ਦਾਤੇ। ਸ਼ਬਦ ਦੇ ਬੁਝਾਈ, ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ। ਜੁਗ ਚਾਰੇ ਪਰਮਾਈ, ਹਮ ਦੇਨਾ ਤੁਮ ਜੁਗ ਜੁਗ ਦਾਤੇ। ਸ਼ਬਦ ਦੇ ਬੁਝਾਈ, ਹਰਿ ਜੀਉ ਕਿਰਪਾ ਕਰੋ ਤੁਮ ਪਿਆਰੇ। ਸਤਿਗੁਰ ਦਾਤਾ ਮਿਲ ਮਿਲਾਵੋ, ਹਰਿ ਨਾਮ ਦੇਹੁ ਆਧਾਰੇ। ਰਹਾਉ ਮਨਸਾ ਮਾਰ ਦੂਤਾ ਸਹਿਜ ਸਮਾਣੀ। ਪਾਇਆ ਨਾਮ ਅਪਾਰਾ, ਹਰ ਰਸ ਚਾਖ ਮਨ ਨਿਰਮਲ ਹੋਵਾ। ਕਿਲ ਵਿਖ ਕਾਟਣ ਹਾਰਾ, ਸ਼ਬਦ ਮਰੋ ਫਿਰ ਜੀਵੋ ਸਦ ਹੀ। ਤਾਂ ਫਿਰ ਮਰਨ ਨਾ ਹੋਈ, ਅੰਮ੍ਰਿਤ ਨਾਮ ਸਦਾ ਮਨ ਮਿਠਾ। ਸ਼ਬਦੇ ਪਾਵੈ ਕੋਈ, ਦਾਤੈ ਦਾਤ ਰਖੀ ਹੱਥ ਆਪਣੈ। ਜਿਸ ਪਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ।
ਦਰਗਾਹ ਜਾਪੈ ਸਈ, ਦਾਤੈ ਦਾਤ ਰਖੇ ਹੱਥ ਆਪਣੈ, ਜਿਸ ਪਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਾਪੈ ਸਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ। ਸੁਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ। ਸੋਰਠ ਰਾਗ ਵਿੱਚ ਤੀਸਰੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 603 604 ਦੇ ਉੱਤੇ ਸਬਾਈਮਾਨ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਸਾਨੂੰ ਸਮੁੱਚੇ ਤੌਰ ਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਇੱਕ ਅਰਦਾਸ ਬੇਨਤੀ ਹੈ ਕਿ ਜਿੱਥੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਆਪ ਅਰਦਾਸ ਕਰਦੇ ਨੇ ਔਰ ਸਾਨੂੰ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਦੇ ਨੇ ਔਰ ਨਾਲ ਹਦਾਇਤ ਕਰਦੇ ਨੇ ਕਿ ਦੇਖੋ ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ, ਗੁਰੂ ਨੂੰ ਸਿਮਰਿਆ ਨਹੀਂ, ਉਹਨਾਂ ਨੂੰ ਦੁੱਖ ਬਹੁਤੇ ਲੱਗਦੇ ਨੇ। ਔਰ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਦੁੱਖਾਂ ਤੋਂ ਬਚਣਾ ਚਾਹੁੰਦਾ ਹੈ ਕਿ ਜੇ ਦੁੱਖ ਆ ਜਾਣ ਤੈਨੂੰ ਦੁੱਖ ਦੁਖੀ ਨਾ ਕਰਨ, ਤੇ ਫਿਰ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਸਾਨੂੰ ਸੱਚਾ ਸਤਿਗੁਰੂ ਮਿਲਾਓ, ਸੱਚਾ ਗਿਆਨ ਬਖਸ਼। ਸਤਿਗੁਰੂ ਜੀ ਨੇ ਸਭ ਤੋਂ ਪਹਿਲਾ ਪਾਵਨ ਬਚਨ ਹੀ ਕਿਹਾ ਹੈ, ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ। ਕਿ ਬਿਨਾਂ ਗੁਰੂ ਦੇ ਸਿਮਰਨ ਤੋਂ, ਬਿਨਾਂ ਗੁਰੂ ਨੂੰ ਸੇਵੇ। ਹੁਣ ਸਿਮਰਨ ਜਾਂ ਸੇਵੇ ਦਾ ਭਾਵ ਅਰਥ ਕਿ ਜੋ ਕੁਛ ਗੁਰੂ ਨੇ ਗਿਆਨ ਦਿੱਤਾ ਹੈ ਉਸ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਲਿਆਉਣ ਤੋਂ ਬਿਨਾਂ ਬਹੁਤਾ ਦੁੱਖ ਲੱਗਦਾ ਹੈ। ਕਿਉਂਕਿ ਸਵਾਲ ਬੜੀ ਵਾਰੀ ਉੱਠਦੇ ਨੇ ਔਰ ਬਹੁਤ ਸਾਰੇ ਚੁੱਕਦੇ ਵੀ ਹੋਣਗੇ। ਕਦੇ ਸਮਾਂ ਸੀ ਮੀਰ ਮੰਨੂ ਦੇ ਉਸ ਜੇਲ੍ਹ ਵਿੱਚ ਬੀਬੀਆਂ ਨੇ ਗਲਾਂ ਦੇ ਵਿੱਚ ਬੱਚਿਆਂ ਦੇ ਜਿਹੜੇ ਟੁਕੜੇ ਕਰ ਕਰਕੇ ਗਲਾਂ 'ਚ ਹਾਰ ਪਾਏ ਗਏ ਔਰ ਅੱਗੇ ਸਵਾ ਮਣ ਪੀਸਣਾ ਵੀ ਰੱਖਿਆ। ਦੇਖੋ ਸੰਸਾਰਿਕ ਤੌਰ 'ਤੇ ਆਪਾਂ ਦੇਖੀਏ ਗਲ ਦੇ ਵਿੱਚ ਬੱਚਿਆਂ ਦੇ ਟੁਕੜੇ ਹੋਣ ਤੇ ਚੱਕੀਆਂ ਕਿਤੇ ਚੱਲਦੀਆਂ ਨੇ। ਏਡੇ ਵੱਡੇ ਦੁੱਖ ਦੇ ਵਿੱਚ ਵੀ ਉਹ ਬੀਬੀਆਂ ਗੁਰੂ ਕੇ ਸਿੱਖੀ ਨੂੰ ਜਿਨ੍ਹਾਂ ਨੇ ਸੱਚਮੁੱਚ ਕਮਾਇਆ ਉਹ ਦੁਖੀ ਹੋਈਆਂ ਹੀ ਨਹੀਂ।
ਦੁੱਖ ਤੇ ਕਹੀਏ, ਦੁੱਖ ਤੇ ਛੋਟਾ ਨਹੀਂ, ਬੜਾ ਵੱਡਾ ਹੈ। ਪਰ ਦੁੱਖ ਕੇਵਲ ਦੁੱਖ ਜਿੱਡਾ ਮਰਜ਼ੀ ਵੱਡਾ ਆ ਜਾਏ, ਉਹ ਦੁੱਖ ਦੁਖੀ ਕਰ ਨਹੀਂ ਸਕੇਗਾ ਜੇ ਗੁਰੂ ਕੋਲ ਹੋਵੇ, ਜੇ ਗੁਰੂ ਦਾ ਗਿਆਨ ਕੋਲ ਹੋਵੇ, ਔਰ ਦੁੱਖ ਛੋਟਾ ਵੀ ਹੋਵੇ। ਸਾਨੂੰ ਬਹੁਤ ਸਾਰੇ ਐਸੇ ਵੀ ਮਿਲਦੇ ਨੇ। ਦੇਖੋ ਹੁਣ ਸ਼ੂਗਰ ਤੇ ਅੱਜ ਕਿਹਾ ਜਾਂਦਾ ਹਰ ਤੀਜੇ ਚੌਥੇ ਬੰਦੇ ਨੂੰ ਸ਼ੂਗਰ ਹੈ, ਪਰ ਸਾਨੂੰ ਬਹੁਤੇ ਮਿਲਦੇ ਨੇ ਸ਼ੂਗਰ ਤੋਂ ਰੋਈ ਜਾਂਦੇ ਨੇ, ਜਿਹੜੀ ਇੱਕ ਆਮ ਜਿਹੀ ਬਿਮਾਰੀ ਬਣ ਚੁੱਕੀ ਹੈ। ਕਹਿੰਦਾ ਜੀਣਾ, ਕਹਿੰਦੇ ਹਾਈ ਸ਼ੂਗਰ ਹੋ ਗਈ। ਕਿਉਂ ਜੀ? ਸ਼ੂਗਰ ਕੀ ਵਿਗਾੜਦੀ ਹੈ? ਕਹਿੰਦੇ ਜਲੇਬੀਆਂ ਖਾਣੀਆਂ ਬੰਦ ਹੋ ਗਈਆਂ, ਕਿਉਂਕਿ ਜਿਨ੍ਹਾਂ ਦਾ ਜੀਣਾ ਹੀ ਕੇਵਲ ਖਾਣ ਵਾਸਤੇ ਸੀ, ਉਹਨਾਂ ਨੂੰ ਤਾਂ ਲੱਗਦਾ ਹੀ ਔਖਾ ਹੈ। ਪਰ ਸਤਿਗੁਰ ਜੀ ਕਿਰਪਾ ਕਰਦੇ ਨੇ, ਅਸਲ ਵਿੱਚ ਉਹ ਦੁੱਖ ਨਹੀਂ। ਦੁੱਖ ਉਦੋਂ ਹੈ ਜਦੋਂ ਅੰਦਰੋਂ ਗੁਰੂ ਚਲਾ ਜਾਏ, ਔਰ ਬਿਨ ਸਤਿਗੁਰ ਸੇਵੇ, ਗੁਰੂ ਸਾਹਿਬ ਜੀ ਕਹਿੰਦੇ ਬਹੁਤਾ ਦੁੱਖ ਲੱਗਾ। ਯੁੱਗ ਚਾਰੇ ਭਰਮਾਈ, ਤੇ ਚਾਰ ਯੁੱਗ ਦਾ ਅਰਥ ਇਹ ਨਹੀਂ ਕਿ ਚਾਰ ਯੁੱਗ ਕਿਤੇ ਕੋਈ ਸਮਾਂ ਹੈ। ਚਾਰ ਯੁੱਗ ਦਾ ਭਾਵ ਅਰਥ ਹਰ ਵੇਲੇ, ਹਰ ਸਮੇਂ, ਕਿਉਂਕਿ ਇੱਕ ਬੰਦੇ ਦੇ ਜੀਵਨ ਵਿੱਚ ਚਾਰ ਯੁੱਗ ਤੇ ਨਹੀਂ ਨਾ ਹੁੰਦੇ। ਯੁੱਗ ਚਾਰੇ ਸ਼ਬਦ ਵਰਤੇ, ਚਾਰੇ ਯੁੱਗ ਦਾ ਭਾਵ ਅਰਥ ਹੈ ਕਿ ਹਰ ਸਮੇਂ, ਕਿ ਜਿੰਨੇ ਵੀ ਪਰਮੇਸ਼ਰ ਨੇ ਇਹ ਆਰਬੜਾ ਲਿਖੀ, 10 ਸਾਲ 20 ਸਾਲ 90 100 ਸਾਲ, ਹਰ ਸਮੇਂ ਕੇਵਲ ਭਰਮਾਂ ਦੇ ਵਿੱਚ ਪਏਗਾ ਜੇ ਗੁਰੂ ਅੰਦਰੋਂ ਨਿਕਲ ਗਿਆ, ਕਿਉਂਕਿ ਗੁਰੂ ਤੋਂ ਵਿਛੜ ਕੇ ਬਹੁਤਾ ਦੁੱਖ ਲੱਗਦਾ ਹੈ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਸ ਦੁੱਖ ਤੋਂ ਬਚਣਾ ਚਾਹੁੰਦਾ, ਜਾਂ ਇਹ ਕਹਿ ਲੈ ਕਿ ਦੁੱਖ ਦੁਖੀ ਨਾ ਕਰੇ, ਤੇ ਫਿਰ ਇਸ ਦੁੱਖ ਦੀ ਤਿਆਰੀ ਰੱਖ, ਜੇ ਦੁੱਖ ਆ ਜੇ ਇਹਦੇ ਨਾਲ ਮੁਕਾਬਲਾ ਕਿਵੇਂ ਕਰਨਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਕ ਪਾਵਨ ਬਚਨ ਹੈ। ਉਹ ਕਹਿੰਦਾ ਸੁੱਖ ਦੇ ਯਤਨ ਬਹੁਤ ਕੀਤੇ, ਯਤਨ ਬਹੁਤ ਸੁੱਖ ਕੇ ਕੀਏ। ਤੇ ਅਗਲਾ ਬਚਨ ਕੀ ਹੈ ਜੀ? ਦੁੱਖ ਕੋ ਕੀਏ ਨਾ ਕੋਈ। ਹਰ ਕੋਈ ਬੰਦਾ ਯਤਨ ਕਰਦਾ ਸੁੱਖ ਮਿਲ ਜਾਣਾ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਨੇ ਵੀ ਯਤਨ ਕਰਨਾ ਚਾਹੀਦਾ ਹੈ, ਪਰ ਕਦੇ ਦੁੱਖ ਦੇ ਵਾਸਤੇ ਵੀ ਯਤਨ ਕੀਤਾ ਹੈ ਕਿ ਜੇ ਦੁੱਖ ਆ ਗਿਆ ਤਾਂ ਉਹਦਾ ਮੁਕਾਬਲਾ ਕਿਵੇਂ ਕਰਨਾ ਹੈ। ਕਿਉਂਕਿ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਇਹ ਤਿਆਰੀ ਪਹਿਲੋਂ ਤੋਂ ਕੀਤੀ ਹੋਵੇ ਤੇ ਇਹ ਗੁਰੂ ਨੇ ਕਰਾਉਣੀ ਹੈ। ਫਿਰ ਦੁੱਖ ਜਿੱਡਾ ਮਰਜ਼ੀ ਆ ਜਾਵੇ, ਉਹ ਦੁੱਖ ਦੁਖੀ ਕਰੇਗਾ ਨਹੀਂ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਗੁਰੂ ਨੂੰ ਭੁਲਾ ਦਿੱਤਾ ਫਿਰ ਹਰ ਸਮੇਂ ਦੁੱਖ ਹੈ। ਹਮ ਦੇਨ ਤੁਮ ਜੁਗ ਜੁਗ ਦਾਤੇ, ਸ਼ਬਦ ਦੇਹ ਬੁਝਾਈ। ਹੁਣ ਅੱਗੇ ਅਗਲੀ ਪੰਕਤੀ 'ਚ ਅਰਦਾਸ ਬੇਨਤੀ ਹੈ। ਹੇ ਸਤਿਗੁਰ ਜੀ, ਅਸੀਂ ਦੀਨ ਹਾਂ, ਨਿਮਾਣੇ ਹੋ ਕੇ ਤੇਰੀ ਸ਼ਰਨ ਵਿੱਚ ਆਏ ਹਾਂ, ਤੇ ਤੁਸੀਂ ਜੁਗ ਜੁਗ ਦਾਤੇ, ਹਰ ਸਮੇਂ ਤੁਸੀਂ ਹੀ ਦਾਤੇ ਜੇ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਸਭ ਨੂੰ ਦਾਤਾ ਦੇਣ ਵਾਲੇ ਦਾਤੇ ਤੁਸੀਂ ਜੇ। ਕਿਰਪਾ ਕਰਕੇ ਹੁਣੇ ਸਮਝਾ ਦਿਓ। ਸ਼ਬਦੇ ਦੇਹ ਬੁਝਾਈ, ਬੁਝਾਈ ਦਾ ਅਰਥ ਸਮਝਾ ਦਿਓ। ਸ਼ਬਦ ਦੇ ਰਾਹੀਂ ਸਾਨੂੰ ਕਿਰਪਾ ਕਰਕੇ ਗੱਲ ਸਮਝਾ ਦਿਓ, ਕਿਉਂਕਿ ਦਾਤੇ ਤੁਸੀਂ ਜੇ। ਇੱਥੇ ਅਰਦਾਸ ਬੇਨਤੀ ਕੀਤੀ, ਸਮਝਾ ਦਿਓ। ਰਹਾਉ ਦੀਆਂ ਪੰਕਤੀ 'ਚ ਫਿਰ ਅਰਦਾਸ ਕੀਤੀ ਕਿ ਜਿਹੜਾ ਗੁਰੂ ਸਾਰਿਆਂ ਦਾ ਦਾਤਾ ਹੈ, ਜਿਹੜਾ ਪਰਮੇਸ਼ਰ ਸਾਰਿਆਂ ਦਾ ਦਾਤਾ ਹੈ, ਕਹਿੰਦੇ ਉਹਨੂੰ ਮਿਲਣਾ ਕਿਵੇਂ ਹੈ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਕਿਉਂਕਿ ਆਪਣੇ ਯਤਨਾਂ ਨਾਲ ਨਹੀਂ, ਕਿਰਪਾ ਕੱਕੇ ਦੇ ਪੈਰ 'ਚ ਰਹਿ ਰਿਹਾ ਹੈ, ਔਰ ਬਹੁਤਾ ਸ਼ਬਦ ਕਿਰਪਾ ਹੀ ਪੜ੍ਹਿਆ ਜਾਂਦਾ ਹੈ। ਪਰ ਕਿਰਪਾ, ਆਪਣੀ ਕਿਰਪਾ ਕਰੋ। ਤੇ ਕਿਰਪਾ ਕੀ ਕਰੋ ਜੀ? ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਹੁ ਆਧਾਰੇ। ਸਾਨੂੰ ਸਤਿਗੁਰ ਦਾਤੇ ਦੇ ਨਾਲ ਮਿਲਾ ਦਿਓ, ਆਪਣੇ ਨਾਮ ਦਾ ਆਧਾਰ ਬਖਸ਼ ਦਿਓ। ਕਿਉਂਕਿ ਪਹਿਲੋਂ ਤੇ ਗੱਲ ਮੰਨਣੀ ਪਏਗੀ, ਸਵੀਕਾਰ ਕਰਨੀ ਪਏਗੀ ਨਾ ਕਿ ਦਾਤਾ ਸਤਿਗੁਰੂ ਹੈ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਬਾਰ-ਬਾਰ ਔਰ ਕਈਆਂ ਥਾਵਾਂ 'ਤੇ ਸਮਝਾਇਆ ਕਿ ਗੁਰੂ ਕੇ ਸਿੱਖਾ ਘੱਟੋ ਘੱਟ ਤੂੰ ਭੁਲੇਖੇ ਵਿੱਚ ਨਾ ਪਈ ਕਿ ਦਾਤਾ ਕੋਈ ਹੋਰ ਹੈ। ਔਰ ਸਤਿਗੁਰੂ ਜੀ ਸਾਨੂੰ ਰੋਜ਼ ਸਮਝਾਉਂਦੇ ਨੇ। ਜਪਜੀ ਸਾਹਿਬ ਦੇ ਵਿੱਚ ਤਾਂ ਅਸੀਂ ਰੋਜ਼ ਹੀ ਪੜ੍ਹਦੇ ਹਾਂ।
एक पावन बचन गुरु साहब जी का है कि गुरा एक देह बुझाई, एक गल समझा दो केड़ी जी, कि सबना जियां का एक दाता। और दो बारी रोज़ ही अपन गुरु साहब जी समझाते हैं ना जी, 5वीं पौड़ी च भी 6वीं पौड़ी च भी, कि वो गल केड़ी है जी समझा दो गुरा एक देह बुझाई, सबना जियां का एक दाता, जेड़ा सारियां दा इक्को ही दाता है। उत्ते बेनती की सो वो दाता मैं विसर ना जाई, मैनू भुले ना। और सतगुरु जी समझाते ने दद्दा दाता एक है, सबको देवनहार देंदे टूट न आवे, अगणत भरे भंडार। हुण जिहड़ा सब दा एक दाता है, किरपा सतगुरु जी ये करो, वो सतगुरु दाता मिला दो, सतगुरु दाते दे नाल मिल जाइए। और सतगुरु जी ने तो कृपा की है कि सब सुख दाता राम है, दूसर नाही कोई। हुण सतगुरु जी कहते ने गुरु नूं भुल के बहुता दुख लगता है, तो जे सारे सुखां की प्राप्ति चाहिए फिर सारे सुखां के दाते नूं सिमर। सतगुरु जी कहते ने सब सुख दाता राम है, दूसर नाही कोई। कहो नानक सुन रे मना, हर भावै सो होए। क्योंकि जो रब नूं हरे नूं पाउंदा होना वही कुछ है, तो सारे सुखां का दाता भी वो है, जिन्हों गुरु साहब जी कहते ने करता तू मेरा जजमान। हुण जे सारे सुखां का दाता वो है, सारे सुख मिलन कितों? उनके नाम दे विचों। फिर अरदास बेनती कीती, सतगुरु जी अपना नाम ही दे दो, तू साडा दाता है, जजमान है। करता तू मेरा जजमान, एक दखना हो तह पै मांगो। तुहाडे कोल दखना मंगण आया, केड़ी? देहो अपना नाम, क्योंकि सर्ब सुखां का दाता तू है, तेरा नाम है, कृपा करके तेरा नाम ही दे दे। हुण इत्थे अरदास बेनती कीती, सतगुरु दाता मेल मिलावो। वो सतगुरु जिहड़ा सारियां दा दाता उनदे नाल मिला दे। हुण सतगुरु जी ने कृपा करके सानू समझाया भी है। सतगुरु जी कहते हैं सतगुरु जैसा नाहि को देव, जिस मस्तक भाग सो लागा सेव। सतगुरु सारे सुखां का दाता ही नहीं, पूरे ब्रह्मांड विच मेरे सतगुरु वर्गा होर कोई देवी, कोई देवता, कोई पैगंबर पीर नहीं। सतगुरु जी ने कृपा की, कहते सतगुरु जैसा नाहि को देव, जिस मस्तक भाग सो लागा सेव। पर ऐसा वड्डा सतगुरु, ऐसा दाता, ये भी कहते जिंदे मस्तक के लेख चंगे ने, सेवा दे विच लगे ही हो। हुण सतगुरु जी ने जिथे सानू इन्ना कुछ समझाया, भागा तो बिना गुरु की सेवा नहीं, तो सेवा तो बिना सतगुरु जी कहते हैं बहुता दुख लगता है। और साडे कोल भावें बड़े अज असीं अपनी औलाद नूं, नौजवान पीढ़ी नूं उलांबे तो भावें बड़े देने के बच्चे इस पासे लगते नहीं, पर हकीकत है कि बच्चों का कसूर कोई नहीं, क्योंकि बच्चों ने तो वही कुछ करना है जो कुछ असीं देखना है। बच्चे सवाल करते हैं कि एक पासे तुसीं गुरबाणी दे विच पढ़दे हो कि सारियां दा दाता इक्को ही है, और एक पासे देखिया कि जिहड़े देहधारी ने उन्हां दे चरण धो धो के भी पींदे हो। एक पासे कहते गुरु ग्रंथ साहिब तो बिना किसी होर नूं मनदे नहीं, तो दूजे पासे बाबे तो बिना तुसीं एक रोटी की ग्राही भी तोड़ के नहीं खाते कि पहलों बाबा जी नूं पुछ लिए खा लिए कि ना। हालत इवें दी बनी हुई बहुत सारे ने, और दूजियां दी गल छड्डी जिहड़े अपने आप नूं सिख कहंदे ने, वो पैसा साडा अपना, सीमेंट सरिया
रेता बजरी सब कुछ अपने पैसों की खरीदी और ऐसे मिलते ने सारी तैयारी। मिस्त्री ठेकेदार कहता कि लेंटर पा दिए, कहते नहीं अज नहीं। क्यों भाई? कहते अज बाबा जी नहीं वेले। बाबा जी को पूछा, वो कहते अज दिन शुभ नहीं। और फिर बच्चे इस पासे लगणगे क्यों भाई? क्योंकि असीं आप तो लगे ने, गुरु साहब जी ने कृपा की। इस असल में सतगुरु दाता गुरु शब्द गुरु ज्ञान सानू समझ आ जाए, असीं आप गुरु वाले पासे लग जाइए। हुण सतगुरु जी ने सानू समझाया की सी? देखो रहत मर्यादा, और गुरु के सिखां ने बड़ी सूझ-बूझ दे नाल गुरबाणी दे नाल ढुकवीं बिल्कुल गुरबाणी के आधार पर रहत मर्यादा बनाई। पर वो रहत मर्यादा सानू पता भी नहीं, बहुते ने तो दर्शन भी नहीं किते। पढ़ना की है ना रहत मर्यादा दे विच, और ना ही धन गुरु ग्रंथ साहिब दे विच किते ये नहीं लिखिया कि भी तुसीं बाणी पढ़ाओ। सतगुरु जी कहते ने पढ़ो सुनो गावो नित पाई। पढ़ो पढ़ाओ थोड़ी लिखे है। और साढ़े को बहाने बड़े ने कि सानू पाठ करना नहीं होता। सतगुरु सिखर कृपा करना, जेडे 50 साल तो असीं बहाने ला रहे हैं कि 50 साल दे विच सानू अपनी माँ बोली पंजाबी वो जे असीं यतन करिए तो सानू लिखनी पढ़नी आवे ना। हुण सतगुरु जी कृपा करते ने, अरदास बेनती है सानू सतगुरु मिला दिओ। तो मिलांगे उदों जदों पढ़ांगे जद सुन लवांगे। सतगुरु कहते ने बाणी दे विच पावन पावन बचन आपां पढ़दे ते जरूर सुन भी लैंदे हां कि ज्यों मछली बिन पानी है क्यों जीवन पावै। पानी तो बिना मछली नहीं रह सकती, तो बाणी तो बिना सिख नहीं रह सकता। जे सानू नहीं पढ़नी आई 70 साल भी, इहदा मतलब असीं परवाह कीती नहीं, साडा इधर ध्यान है ही नहीं। कई असीं आए कि खालसा न्यारा है, कई असीं आए अपने आप को कसी सिख हाँ। जे पर बाणी तो बिना तू मरिया नहीं 70 साल हो गए, तो फिर गुरु की बाणी तो कहती बाणी जिमें पानी का ते मछली का मेल है, इवें बाणी का तो सिख का मेल है। हुण ये अरदास बेनती है सतगुरु दाता मेल मिलावो। वो बाणी वो शब्द वो ज्ञान उहदे नाल सानू मिला दिओ, पर यतन तो करना पेगा ना। हुण भाई साहब भाई गुरदास जी ने सानू 3-4 उदाहरणा दी है, केवल एक ही सांझी करा कि किसी ने दसिया समुंदर दे विच बड़ा कुछ है, और हकीकत है बड़ा कुछ है। पर हुण सुनिया अद्धा अधूरा ज्ञान सुन के भज्जिया, सारा दिन समुंदर के कंढे कंढे चलता रहा। तो शाम को जो किसी ने पूछा भाई कुछ लभ्या समुंदर चों, कहता नहीं समुंदर तो लभ्या तो कुछ नहीं। वो कहता कंढे कंढे तुरिया कुछ नहीं लभना, समुंदर के विच जाना पेगा ना भराओ, विच जाण तो डर लगता है। और हकीकत यह है गुरबाणी समुंदर है, सानू डर लगता नहीं सी पर सानू डराया गया। कोई बच्चा किते गुटके नूं हथ ला देना तो फिर भावें किसी ने जपजी साहब ना भी पढ़िया होवे, और कोई टोके ना टोके जरूर कहेगा कि बेटा दस केसी इशनान किया है, तो जे नहीं किया तो गुटका साहब नूं हथ किवें ला दिता। अगला दोबारे परत के कदे हथ लाएगा जी? कि जे पोह दे महीने भी केसी इशनान कहते ने मैं तो 15-15 दिन नहीं नहाउंदा, फिर गुरबाणी रह नहीं दिया। देखो सतगुरु जी ने कृपा की, इशनान करना उदम करना सिख दे वास्ते उपदेश है, पर इन्ना डरा के तो ना रखे। और बाबे ने सानू डराए इस करके कि जे सिख बाणी आप पढ़ गए, आप इन्हों समझ लग गई, समुंदर में आप ही टुब्बियां लाउण लग गए, हीरे मोती तो ना आप ही चुक के लै जाने ने, तो साडियां दुकानां किवें चलणगीआं? साडे कोल कौन आएगा? और देखो बहुत सारे कई बार हासा भी आता है कि बाबा जी साडा कारोबार नहीं चलता, तो अगला अंदरों अंदरों हसदा भी है
ਵੀ ਜੇ ਤੁਹਾਡਾ ਕਾਰੋਬਾਰ ਚੱਲ ਗਿਆ ਤੇ ਫਿਰ ਸਾਡੇ ਕੋਲ ਕਿੰਨੇ ਆਉਣਾ ਹੈ। ਹੁਣ ਸਤਿਗੁਰੂ ਜੀ ਸਾਨੂੰ ਕਿਰਪਾ ਕਰਕੇ ਸਮਝਾਉਂਦੇ ਨੇ ਵੀ ਗੁਰੂ ਸ਼ਬਦ ਦੇ ਵਿੱਚ, ਗੁਰਬਾਣੀ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ ਸਭ ਕੁਝ ਹੈ। ਸਤਿਗੁਰ ਦਾਤਾ ਮੇਲ ਮਿਲਾਵੋ, ਗੱਲਾਂ ਪੜ੍ਹ ਨਾ ਪਈ, ਮਿਲਣ ਦਾ ਯਤਨ ਤੇ ਕਰ, ਟੁੱਬੇ ਤੇ ਮਾਰ ਹੈ ਤੇ ਸਮੁੰਦਰ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਤੋ ਸਗਲ ਨਿਤ ਪੂਰਨ ਸਮੁੰਦਰ ਵਿਖੈ, ਹੈ ਤੇ ਸਾਰਾ ਕੁਝ ਸਮੁੰਦਰ 'ਚ, ਪਰ ਕਹਿੰਦੇ ਹੰਸ ਮਰ ਜੀਵਾ ਨਿਸ਼ਚੈ ਪ੍ਰਸਾਦ ਪਾਵਹੀ। ਪਰ ਜਿਹੜਾ ਕੋਈ ਹੰਸ ਵਰਗਾ ਮਰਜੀਵਾ ਹੋ ਕੇ ਵਿੱਚ ਜਾਏ ਉਹਨੂੰ ਤਾਂ ਨਿਸ਼ਚੈ ਪੱਕੇ ਤੌਰ 'ਤੇ ਕੁਝ ਨਾ ਕੁਝ ਤਾਂ ਜ਼ਰੂਰ ਮਿਲੇਗਾ। ਔਰ ਗੁਰੂ ਕਾ ਸਿੱਖ ਬਾਣੀ ਪੜ੍ਹੇ, ਬਾਣੀ ਸੁਣੇ, ਔਰ ਇਸ ਭਾਵਨਾ ਦੇ ਨਾਲ ਸੁਣੇ ਕਿ ਇਸ ਬਾਣੀ ਨੂੰ ਜਿੰਨੀ ਵੀ ਸਮਝ ਲੱਗੇ ਜੀਵਨ ਵਿੱਚ ਕਮਾਉਣਾ ਹੈ। ਤੇ ਸਤਿਗੁਰੂ ਜੀ ਭਾਈ ਸਾਹਿਬ ਜੀ ਕਹਿੰਦੇ ਨੇ ਗੁਰਬਾਣੀ ਵਿੱਚ ਐਸਾ ਕਿਹੜਾ ਪਦਾਰਥ ਹੈ, ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੇ ਸਿੱਖ ਨੂੰ ਨਾ ਮਿਲੇ। ਭਾਈ ਸਾਹਿਬ ਜੀ ਨੇ ਉੱਥੇ ਉਦਾਹਰਨਾਂ ਦੇ ਕੇ ਅਖੀਰ ਤੇ ਫਿਰ ਆਪਣੀ ਮੱਤ ਦਿੱਤੀ। ਕਹਿੰਦੇ ਤੈਸੇ ਗੁਰਬਾਣੀ ਵੇਖੇ ਸਗਲ ਪਦਾਰਥ ਹੈ, ਪਰ ਇਹ ਸਾਰੇ ਮਿਲਦੇ ਕਿਉਂ ਨਹੀਂ। ਕਹਿੰਦੇ ਜੋਏ ਜੋਏ ਖੋਜੈ ਸੋਏ ਸੋਏ ਨਿਭ ਜਾਵਹਿ, ਮਿਲੇਗਾ ਤੇ ਉਹਨੂੰ ਜਿਹੜਾ ਖੋਜੇਗਾ। ਪਰ ਅਸੀਂ ਤਾਂ ਕੇਵਲ ਭੇਟਾਂ ਤੱਕ ਸੀਮਤ ਰਹਿ ਗਏ ਵੀ ਖੋਜ ਸਾਡੇ ਵੱਸ ਦਾ ਕੰਮ ਨਹੀਂ। ਤੁਸੀਂ ਖੋਜਣਾ ਖੋਜੋ, ਪੜ੍ਹਨਾ ਪੜ੍ਹੋ। ਫਿਰ ਉਲਾਂਭੇ ਦਿੱਤੇ ਜਾਂਦੇ ਨੇ ਕਿ ਭਾਈ ਸਾਹਿਬ ਪਾਠ ਕਰਦੇ ਸੌਂਗੇ, ਉਲਾਂਭੇ ਦਿੱਤੇ ਜਾਂਦੇ ਨੇ ਅਖੰਡ ਪਾਠ ਦਾ ਭੋਗ ਟਾਈਮ 'ਤੇ ਨਹੀਂ ਪਿਆ, ਲੇਟ ਹੋ ਗਿਆ। ਉਲਾਂਭੇ ਦਿੱਤੇ ਜਾਂਦੇ ਨੇ ਅਖੰਡ ਪਾਠ ਦਾ ਭੋਗ ਪਹਿਲੋਂ ਪੈ ਗਿਆ। ਭਈ ਜਦੋਂ ਤੁਸੀਂ ਕਰਨਾ ਹੀ ਨਹੀਂ ਫਿਰ ਅਗਲੇ ਕਰਨ ਵਾਲੇ ਦੀ ਮਰਜ਼ੀ ਹੈ, ਜਿਵੇਂ ਮਰਜ਼ੀ ਕਰੇ, ਉਹ ਤਾਂ ਫਿਰ ਅਗਲੇ ਦੀ ਮਰਜ਼ੀ ਹੈ ਨਾ। ਹੁਣ ਭਾਈ ਸਾਹਿਬ ਜੀ ਕਹਿੰਦੇ ਨੇ ਇਹਦੇ 'ਚ ਉੱਤੇ ਤਾਂ ਮਿਲੇਗਾ ਜੇ ਖੋਜੇਗਾ ਭਾਈ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਇੱਥੇ ਅਰਦਾਸ ਬੇਨਤੀ ਹੈ ਵੀ ਖੋਜ। ਔਰ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਵੀ ਹੈ ਜੇ ਗੁਰੂ ਤੇ ਲੜ ਲੱਗ ਜੇ ਤੇ ਇਹ ਦੁੱਖ ਬਹੁਤੇ ਲੱਗਣਗੇ ਨਹੀਂ, ਜੇ ਨਾ ਲੱਗਿਆ ਕਹਿੰਦੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗ ਗਏ। ਤੇ ਜੇ ਬਹੁਤੇ ਦੁੱਖਾਂ ਤੋਂ ਬਚਣਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਰੋਜ਼ ਆਪਣੇ ਅੰਦਰ ਨੂੰ ਖੋਜ ਕੇ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ, ਮੈਂ ਕੀ ਕਰਨਾ। ਦੇਖੋ ਆਪਾਂ ਬੜਾ ਕੁਝ ਹੋਰ ਵੀ ਲਿਖਨੇ ਹਾਂ ਤੇ ਜੇ ਗੁਰੂ ਸਾਹਿਬ ਜੀ ਦੇ ਇੰਨੇ ਕੁ ਬਚਨ ਮੰਨ ਕੇ ਆਪਾਂ ਲਿਖ ਹੀ ਲਈਏ, ਲਿਖਣਾ ਨਹੀਂ ਘੱਟੋ ਘੱਟ ਸੌਣ ਲੱਗੇ ਅੰਦਰ ਖੋਜ ਲਈਏ, ਝਾਤੀ ਮਾਰ ਲਈਏ ਕਿ ਅੱਜ ਸਾਰਾ ਦਿਨ ਅਸੀਂ ਗੁਰੂ ਦੇ ਮੁਤਾਬਕ ਕੋਈ ਵੀ ਕਰਮ ਕੀਤਾ ਹੈ। ਜੇ ਗੁਰੂ ਸਾਹਿਬ ਜੀ ਨੇ ਕਿਹਾ ਝੂਠ ਬੋਲਣਾ ਤੇ ਕਿਸੇ ਨਾ ਕਿਸੇ ਝੂਠ ਤੋਂ ਅਸੀਂ ਬਚੇ ਹਾਂ। ਜੇ ਗੁਰੂ ਸਾਹਿਬ ਨੇ ਕਿਹਾ ਸੱਚ ਬੋਲਣਾ ਤੇ ਕੀ ਸਾਰਾ ਦਿਨ ਸੱਚ ਬੋਲਿਆ ਹੈ। ਖੋਜਾਂਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਦੁੱਖ ਨੇੜੇ ਆਵੇਗਾ ਹੀ ਨਹੀਂ, ਆ ਵੀ ਜਾਏ ਦੁੱਖ ਦੁਖੀ ਕਰੇਗਾ ਨਹੀਂ। ਇਸ ਕਰਕੇ ਸਤਿਗੁਰੂ ਜੀ ਨੇ ਅਰਦਾਸ ਬੇਨਤੀ ਕੀਤੀ ਹੈ ਕਿ ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਹੋ ਆਧਾਰੋ। ਹੁਣ ਗੁਰੂ ਦਾਤਾ ਹੈ ਤੇ ਜੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਜਾਏਗਾ ਫਿਰ ਦੁੱਖਾਂ ਤੋਂ ਬਿਨਾਂ ਮਿਲਣਾ ਹੀ ਕੁਝ ਨਹੀਂ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿ ਦੁਨੀਆ ਦੇ ਵਿੱਚ ਕੋਈ ਵੀ ਮਨੁੱਖ ਜਿਹੜਾ ਤੈਨੂੰ ਲੱਗਦਾ ਹੋਵੇ ਬੜਾ ਸੁਖੀ, ਔਰ ਸੁਖੀ ਅਕਸਰ ਅਸੀਂ ਸਮਝਦੇ ਜਿੰਦੇ ਕੋਲ ਰੁਪਈਆ ਪੈਸਾ ਹੈ। ਦੁਖੀ ਅਸੀਂ ਅਕਸਰ ਉਹਨੂੰ ਸਮਝਦੇ ਜਿਹੜਾ ਤਨ ਕਰਕੇ ਕਿਤੇ ਬਿਮਾਰ ਹੋਵੇ ਜਾਂ ਰੁਪਈਆ ਪੈਸਾ ਨਾ ਹੋਵੇ। ਪਰ ਗੁਰੂ ਸਾਹਿਬ ਜੀ ਨੇ ਨਾ ਉਹਨੂੰ ਸੁਖੀ ਕਿਹਾ ਹੈ ਤੇ ਜਿਹਨੂੰ ਅਸੀਂ ਦੁਖੀ ਮੰਨਦੇ ਨਾ ਹੀ ਉਹ ਦੁਖੀ ਹੈ। ਇਹ ਤੇ ਇੱਕ ਦੁੱਖ ਹੈ ਸਰੀਰ ਦਾ, ਇੱਕ ਦੁੱਖ ਮੰਨ ਲਿਆ ਹੈ ਕਿ ਗਰੀਬੀ ਦਾ ਵੀ ਹੈ। ਪਰ ਗੁਰਬਾਣੀ ਦੇ ਮੁਤਾਬਕ ਅਸਲ ਵਿੱਚ ਦੁਖੀ ਉਹ ਹੈ ਜਿਹਨੇ ਗੁਰੂ ਨੂੰ ਨਹੀਂ ਸਿਮਰਿਆ, ਜਿਹੜਾ ਰੱਬ ਦੇ ਨਾਲੋਂ ਵਿਛੜ ਗਿਆ। ਤੇ ਸੁਖੀ ਉਹ ਹੈ ਜਿਹਦੇ ਪੈਰ ਦੇ ਵਿੱਚ ਭਾਵੇਂ ਜੁੱਤੀ ਵੀ ਨਾ ਹੋਵੇ, ਤਨ ਦੇ ਉੱਤੇ ਕੱਪੜੇ ਵੀ ਭਾਵੇਂ ਪਾਟੇ ਹੋਏ ਪਾਏ ਹੋਣ, ਪ੍ਰਸ਼ਾਦਾ ਵੀ ਭਾਵੇਂ ਇੱਕ ਹੀ ਟਾਈਮ ਦਾ ਮਿਲਦਾ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਨੇ ਉਹ ਤੇ ਦੀਨ ਦੁਨੀਆ ਦਾ ਬਾਦਸ਼ਾਹ ਹੈ ਕਿਉਂਕਿ ਉਹਨੂੰ ਰੱਬ ਜਿੱਤੇ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਹੈ, ਕਹਿੰਦੇ ਭੁੱਖੋ ਰੁੱਖੋ ਭੋਜਨ ਭੂਮ ਸੈਨ। ਹੁਣ ਇਹਨੂੰ ਅਸੀਂ ਦੁੱਖ ਮੰਗਣੇ, ਦੁੱਖ ਮੰਨ ਲਿਆ
कि रुकी रोटी मिलती नाल खाण वास्ते सब्जी नहीं, अचार भी नहीं, लूण किते लभदा किते नहीं। पर धन गुरु अर्जन देव सच्चे पातशाह कहते जे इन्ना भी लभ जे तो उनका शुक्र करो। रुखा भोजन मिल जे, सौण वास्ते जमीन रब ने दिती, किते भी मिलते जमीन भी मिल जे पर बड़ा सुख है, क्योंकि प्रिय संग सुख बिहाद, क्योंकि रब चित्ते है। हुण सतगुरु जी कहते हैं जे मनुख दे कोल अपने दुख फूलेगा तो सतगुरु जी ने फिर पावन बचन कहे, जिस मनुख पह करो बेनती सो अपने ही दुख भरिया। और बहुते वेखे ने कि बाबा जी शुगर नहीं जाते, और बहुते ऐसे भी देखे ने जेडे एक बाबा खीर खवा के ठीक करता है कि खीर खा लो शुगर ठीक हो जाएगी, और आप ये नहीं पता कि रोज 2 शुगर दे गोलियां खा के ना मरदा होवे। बहुते ने कि जेडे आप शुगर उन्हां दा अखीरला समा भी हस्पतालों दे विच मौत भी शुगर करके हुई। पर सानू कौन समझाए? गुरु तो असीं पुछया नहीं। गुरु साहब जी कहते हैं मनुख दे कोले जाके बेनती करेगा ना तो उनके अंदर नेड़े होकर देखियो तो आप ही दुखों नाल भरिया पिया है। जिस मनुख पह करो बेनती सो अपने दुख भरिया। पार ब्रह्म जिन हृदय आराध्या तिन भव सागर तरिया। जिन्हां ने आराध्या उही तरे ने। हुण सतगुरु जैसे बेनती करते हैं, हर गुर बिन को बृता दुख घट है। गुरु तो बिना कोई नहीं जेड़े अंदर दे इस बिरथा नूं, इस दुबदा नूं, दुख नूं कट सके। इस करके सतगुरु दाता मेल मिलावो अरदास है रब जी परमेश्वर जी। वो सतगुरु जेड़ा सब दा दाता है उस दाते दे नाल मेल मिला दिओ। देवो नाम आधारे, नाम जिंदगी का आधार बन जे। रहाओ मनसा मार दुबदा सहज समाणी। पाया नाम अपारा। ते जदों सतगुरु दाते नूं मिल के बेअंत नाम अपारा, उस अपार बेअंत स्वामी का परमेश्वर का नाम पा लिया, उनके नाल जुड़ गए। फिर कहते मनसा मार। ये जिहड़ियां अंदर दी ख्वाहिशां ने ना मनसा, ये सारी अंदरों मर गई। दुबदा अंदरों दुबदा निकल गई, क्योंकि जो दुबदा का अर्थ होंदा 2 भाव, जा कह लिए कि 2 टुकड़े। देखो सतगुरु जी ने सानू बड़े ढंग तरीकों के नाल समझाया कि बेजिमीदार एक पावे सबूता पावे तो वो उग जाएगा, पर उस बे नूं ये लालच करके 2 बना के पा दे। हुण छोलियां का बी एक पाएगा सबूता पाएगा तो बूटे नूं अगे कई लगणगे। तो जे लालच करे दुबदा विच आ जाए कि इनू मैं 2 बना के या दाल बना के बीज दियां, तो दाल तो कदे नहीं ना उगदी जी। हुण सतगुरु जी कहते हैं दुबदा विच पिया होया भवसागर नूं कदे नहीं तर सकता। अंदर दे दुबदा गुरु तो बिना जिहड़ी वो जानी नहीं। मनसा मार दुबदा सहज समाणी। अंदर सहज टिक गया, उदों टिकया जदों पाया नाम अपारा। हर रस चाख मन निर्मल होवा। किल विख घटन हारा। जदों हरि दे परमात्मा दे नाम दे रस नूं चखिया, मन अंदरों निर्मल हो गया, क्योंकि उनका नाम जिहड़ा है किल विख घटन हारा, अंदर दे पापां नूं कट्टण वाला है। वो अंदर दे दुबदा नूं दूर करन वाला है। शब्द मरो फिर जीवो सद ही। ता फिर मरण ना होई। धन गुरु अमरदास जी कहते हैं शब्द, शब्द के दद्दे नूं सिहारीए शब्द दे विच, जां शब्द दे राही। शब्द मरो फिर जीवो सदी। जिहड़ा शब्द विच मर जू वो सदा ही जिउंदा है। नाल कहते हैं ता फिर मरण ना होई, दोबारे मौत भी नहीं हुंदी, सदा ही जिउंदा है। पर सतगुरु जी क्योंकि सानू मौत लगता केवल शरीर की है। एक पासे बाणी दे विच आप जी आप भी कहते हो कि बादशाह शाह वपारी मरना। जो दिसै तिस काले खरना।
ਜੋ ਕੁਛ ਵੀ ਦਿਸਦਾ ਕਾਲ ਨੇ ਇੱਕ ਦਿਨ ਲੈ ਜਾਣਾ ਹੈ। ਸਤਿਗੁਰੂ ਜੀ ਬਾਣੀ ਦੇ ਵਿੱਚ ਬਾਬਾ ਕਬੀਰ ਜੀ ਤੇ ਕਹਿ ਗਏ ਨੇ ਕਿ ਕਬੀਰ ਇਹ ਤਨ ਜਾਏਗਾ ਸਕੋ ਤਲਿਓ ਬਹੋਰ। ਇਹਨੇ ਚਲੇ ਜਾਣਾ ਹੈ ਅੱਜ ਨਹੀਂ ਕੱਲ। ਇਹ 70 ਨਹੀਂ 100 ਸਾਲ ਦਾ ਹੋ ਜਾਏਗਾ, 125 ਸਾਲ ਦਾ ਹੋ ਜਾਏਗਾ, ਪਰ ਇਹਨੇ ਚਲੇ ਜਾਣਾ ਹੈ। ਜੇ ਰੋਕ ਸਕਣਾ ਤਾਂ ਰੋਕ ਕੇ ਵਿਖਾ। ਹੁਣ ਇੱਕ ਪਾਸੇ ਬਾਬਾ ਕਬੀਰ ਜੀ ਕਹਿੰਦੇ ਨੇ ਸਰੀਰ ਦੀ ਜਿਹੜੀ ਮੌਤ ਹੈ ਉਹ ਹੋਣੀ ਹੈ ਪੱਕੀ, ਕੋਈ ਨਹੀਂ ਰੋਕ ਸਕਦਾ। ਕਬੀਰ ਇਹ ਤਨ ਜਾਏਗਾ ਸਕੋ ਤਲਿਓ ਬਹੋਰ। ਨਾਂਗੇ ਪਾਉ ਤੇ ਗਏ ਜਿਨਕੇ ਲੱਖ ਕਰੋੜ। ਕਈ ਵਾਰੀ ਕੋਈ ਬੰਦਾ ਇਲਾਜ ਤੋਂ ਬਿਨਾਂ ਮੌਤ ਹੋ ਜਾਂਦੀ, ਸਾਨੂੰ ਲੱਗਦਾ ਕਿ ਇਹਦੇ ਕੋਲ ਪੈਸਾ ਕੋਈ ਨਹੀਂ, ਔਰ ਫਿਰ ਲੋਕ ਗੱਲਾਂ ਕਰਦੇ ਨੇ ਵਿਚਾਰੇ ਕੋਲ ਪੈਸਾ ਕੋਈ ਨਹੀਂ, ਇਲਾਜ ਨਹੀਂ ਹੋਇਆ ਤਾਂ ਮਰ ਗਿਆ। ਪਰ ਬਾਬਾ ਕਬੀਰ ਜੀ ਕਹਿੰਦੇ ਨੇ ਜਿਹੜੇ ਮਰਦੇ ਨੇ ਉਹਨਾਂ ਦੇ ਲੱਖਾਂ ਕਰੋੜਾਂ ਅਰਬਾਂ ਕਈ ਵਾਰੀ ਬੈਂਕ 'ਚ ਪਏ ਹੋਏ ਨੇ, ਪਰ ਮੌਤ ਉਹਨਾਂ ਵੀ ਆ ਜਾਂਦੀ, ਨੰਗੇ ਪਾਂਵ ਤੋਂ ਵੀ ਚਲੇ ਗਏ। ਇੱਕ ਪਾਸੇ ਰਹਿਣਾ ਕੋਈ ਨਹੀਂ, ਪਰ ਇੱਕ ਪਾਸੇ ਗੁਰੂ ਸਾਹਿਬ ਜੀ ਕਹਿੰਦੇ ਨੇ ਮਰਨਾ ਹੀ ਕੋਈ ਨਹੀਂ। ਇਹ ਦੋ ਗੱਲਾਂ ਕਿਵੇਂ ਹੋ ਸਕਦੀਆਂ ਨੇ ਜੀ? ਅਸਲ ਵਿੱਚ ਇੱਥੇ ਜਿਹੜੀ ਮੌਤ ਹੈ ਆਤਮਿਕ ਮੌਤ ਦੀ ਗੱਲ ਕੀਤੀ। ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨਾ ਜਾਣਿਆ ਕੋਏ। ਸਰੀਰ ਕਰਕੇ ਤਾਂ ਸਭ ਨੇ ਮਰਨਾ ਹੈ, ਪਰ ਕਹਿੰਦੇ ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ। ਇਵੇਂ ਦੀ ਉਹ ਮੌਤ ਕਿਹੜੀ ਹੈ ਜੀ ਕਿ ਜਿਹੜੇ ਦੁਬਾਰੇ ਪਰਤ ਕੇ ਮੌਤ ਹੋਣੀ ਨਹੀਂ। ਤੇ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਦਾ ਹੀ ਜਿਉਂਦੇ ਰਹਿੰਦੇ, ਮਰਦੇ ਕੋਈ ਨਹੀਂ। ਅਸਲ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਇਸ ਸਰੀਰ ਨੇ ਚਲੇ ਜਾਣਾ, ਪਰ ਸਰੀਰ ਦੇ ਵਿੱਚ ਰਹਿ ਕੇ ਜਿਹੜੇ ਤੂੰ ਚੰਗੇ ਕੰਮ ਕਰ ਲਏ, ਰੱਬ ਦੇ ਗੁਣਾਂ ਨੂੰ ਗਾਉਣਾ ਹੀ ਇਹਨੇ, ਚੰਗੇ ਕੰਮ ਕਰ ਲਏ। ਔਰ ਬਹੁਤ ਸਾਰੇ ਚਲੇ ਗਏ, ਪਰ ਦੁਨੀਆ ਅੱਜ ਵੀ ਯਾਦ ਕਰਦੀ ਹੈ। ਤੇ ਜਿਨ੍ਹਾਂ ਨੂੰ ਦੁਨੀਆ ਭੁੱਲੇ ਨਾ, ਦੁਨੀਆ ਦੇ ਵਿੱਚ ਉਹ ਹਮੇਸ਼ਾ ਰਹਿੰਦੇ ਨੇ, ਫਿਰ ਉਹਨਾਂ ਦੀ ਮੌਤ ਕਿੱਥੇ ਹੋਈ? ਬਾਬਾ ਕਬੀਰ ਜੀ ਕਹਿੰਦੇ ਨੇ, ਕਹਿੰਦੇ ਸਰੀਰ ਨੇ ਨਹੀਂ ਰਹਿਣਾ, ਪਰ ਹਾਂ ਇਹ ਸਰੀਰ ਨੂੰ ਜੇ ਤੂੰ ਕਿਸੇ ਕੰਮੇ ਲਾ ਜਾਵੇਂ ਨਾ, ਚੰਗੇ ਕੰਮੇ, ਤੇ ਫਿਰ ਦੁਬਾਰੇ ਪਰਤ ਕੇ ਮੌਤ ਨਹੀਂ ਹੋਣੀ। ਬਾਬਾ ਕਬੀਰ ਜੀ ਦਾ ਇੱਕ ਪਾਵਨ ਅਗਲਾ ਬਚਨ ਹੈ, ਕਹਿੰਦੇ ਕਬੀਰ ਇਹ ਤਨ ਜਾਏਗਾ ਕਵਣਾ ਮਾਰਗ ਲਾਏ। ਕਿਸੇ ਕੰਮੇ ਲਾ ਲੈ, ਤੇ ਕਿਹੜੇ ਕੰਮ ਲਾਈਏ ਜੀ? ਕਹਿੰਦੇ ਕਹਿ ਸੰਗਤ ਕਰ ਸਾਧ ਕੇ ਕਹਿ ਹਰ ਕੇ ਗੁਣ ਗਾਏ। ਜਾਂ ਤੇ ਗੁਰੂ ਦੀ ਸੰਗਤ ਕਰ ਲੈ, ਜਾਂ ਰੱਬ ਦੇ ਗੁਣਾਂ ਨੂੰ ਕਰ ਲੈ, ਕਿਸੇ ਕੰਮ ਤੈਨੂੰ ਲਾ। ਔਰ ਸਤਿਗੁਰੂ ਜੀ ਕਹਿੰਦੇ ਨੇ ਸੱਚਮੁੱਚ ਜੇ ਇਸ ਕੰਮੇ ਲਾ ਲਿਆ, ਸ਼ਬਦ ਦੇ ਵਿੱਚ ਮਰ ਗਿਆ, ਤੇ ਸ਼ਬਦ ਵਿੱਚ ਮਰਨ ਤੋਂ ਭਾਵ ਕੀ ਹੈ? ਅੰਦਰ ਦੀਆਂ ਬੁਰਾਈਆਂ ਨੂੰ ਮਾਰ ਦਿੱਤਾ, ਤੇ ਫਿਰ ਉਹ ਸਦਾ ਹੀ ਜਿਉਂਦਾ ਹੈ। ਉਹ ਸਦਾ ਹੀ ਜਿਉਂਦਾ, ਫਿਰ ਉਹਨੇ ਕਦੇ ਆਤਮਿਕ ਮੌਤ ਤੇ ਮਰਨਾ ਹੀ ਨਹੀਂ। ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦੈ ਪਾਵੈ ਕੋਈ। ਅੰਮ੍ਰਿਤ ਨਾਮ, ਅੰਮ੍ਰਿਤ ਤੋਂ ਭਾਵ ਕਿ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਨਾਮ ਹੈ, ਫਿਰ ਉਹਨਾਂ ਨੂੰ ਸਦਾ ਮਨ ਵਿੱਚ ਮਿੱਠਾ ਲੱਗਦਾ ਹੈ। ਤੇ ਇਹ ਮਿੱਠਾ ਲੱਗਣਾ ਕਿਵੇਂ? ਕਹਿੰਦੇ ਸ਼ਬਦੇ ਪਾਵੈ ਕੋਈ, ਸ਼ਬਦ ਦੇ ਰਾਹੀਂ ਮਿੱਠਾ ਲੱਗਣਾ ਹੈ। ਤੇ ਮਿੱਠਾ ਉਹਨਾਂ ਨੂੰ ਲੱਗੇਗਾ ਜਿਹੜਾ ਸ਼ਬਦ ਵਿੱਚ ਮਰ ਗਿਆ, ਜਿਹੜਾ ਜਿਉਂਦਿਆਂ ਜੀ ਮਰ ਗਿਆ, ਜਿਹਨੇ ਮੈਂ ਮੇਰੇ ਨੂੰ ਅੰਦਰ ਦੇ ਆਪਣੇ ਆਪ ਨੂੰ ਮਾਰ ਲਿਆ। ਦਾਤੈ ਦਾਤ ਰੱਖੇ ਹੱਥੇ ਆਪਣਾ ਜਿਸ ਭਾਵੈ ਤਿਸ ਦੇਈ। ਇਹ ਅੰਮ੍ਰਿਤ ਨਾਮ ਦੇ ਦਾਤ ਮੇਰੇ ਦਾਤੇ ਨੇ ਆਪਣੇ ਹੱਥ ਵਿੱਚ ਰੱਖੀ ਹੈ। ਜਿਹੜਾ ਉਹਨੂੰ ਭਾ ਜਾਵੇ, ਜਾਂ ਜਿੰਦੂ ਜਦੋਂ ਉਹਨੂੰ ਭਾਵੇ ਤਾਂ ਉਹ ਦੇ ਦਿੰਦਾ ਹੈ। ਅਖੀਰ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾਪੈ ਸਈ। ਹੁਣ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਪੰਕਤੀ ਦੇ ਵਿੱਚ ਅੱਜ ਕਿਰਪਾ ਕੀਤੀ ਕਿ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ। ਅਖੀਰ ਤੇ ਕਹਿੰਦੇ ਨੇ ਕਿ ਉਹਨਾਂ ਨੂੰ ਸੁੱਖ ਮਿਲ ਗਿਆ ਜੀ। ਨਾਨਕ ਨਾਮ ਰਤੇ ਸੁਖ ਪਾਇਆ। ਜਿਨ੍ਹਾਂ ਨੂੰ ਨਾਮ ਮਿਲ ਗਿਆ, ਨਾਮ ਦੇ ਵਿੱਚ ਰੰਗੇ ਗਏ, ਉਹਨਾਂ ਨੇ ਸੁੱਖ ਪਾਇਆ ਤੇ ਸਦੀਵੀ ਸੁੱਖ ਪਾਇਆ। ਦਰਗਾਹ ਜਾਪੇ ਸਹੀ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਜਾਪੇ ਤੋਂ ਭਾਵ ਕਿ ਉਹ ਸੰਜਾਣੇ ਜਾਂਦੇ ਨੇ, ਉਹਨਾਂ ਦਾ ਸਨਮਾਨ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ।
ਵਾਹਿਗੁਰੂ 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 ਵਾਹਿਗੁਰੂ।